ਅੱਗੇ ਬਹੁਮਤ ਹੈ ਅਸੀਂ ਨਰਿੰਦਰ ਮੋਦੀ ਸਰਕਾਰ ਉਹਨਾਂ ਲਈ ਕਿੰਨੀ ਸ਼ਰਮ ਦੀ ਗੱਲ ਹੈ ਕਿ ਆਪਣੀ ਏਡੀ ਤਕੜੀ ਸਰਕਾਰ ਆਪਣੇ ਆਪ ਨੂੰ ਦੱਸਣ ਵਾਲੀ ਸਰਕਾਰ ਤੋਂ ਸੰਸਦ ਨਹੀਂ ਚਲਾ ਹੋਈ। 20 ਅਗਸਤ ਤੋਂ ਇਹ ਨਿਰੰਤਰ ਧਰਨਾ ਹਾਈਵੇ ਤੇ ਚੱਲੇਗਾ। ਹਾਈਵੇ ਜਿਹੜਾ ਬਿਲਕੁਲ ਬੰਦ ਰਹੇਗਾ, ਇਹ ਬਿਲਕੁਲ ਨਹੀਂ ਚੱਲਣ ਦਿੱਤਾ ਜਾਏਗਾ। ਅਗਰ ਸਰਕਾਰ ਫਿਰ ਵੀ ਮੰਗ ਨਹੀਂ ਮੰਨਦੀ ਤਾਂ ਰੇਲਵੇ ਟਰੈਕ ਵੀ ਬੰਦ ਰਹੇਗਾ। ਕਿ ਜਦੋਂ ਅਸੀਂ ਇੱਕ ਆਪਣਾ ਖੇਤੀਬਾੜੀ ਮੰਤਰੀ ਬਣਾ ਕੇ ਪੇਸ਼ ਕੀਤਾ ਤੇ ਉਹਨੇ ਅਸਤੀਫਾ ਦੇ ਦਿੱਤਾ ਕਿ ਜੇ ਮੈਂ ਆਮ ਲੋਕਾਂ ਲਈ ਚੰਗੇ ਕੰਮ ਨਹੀਂ ਕਰ ਸਕਦਾ, ਮੈਂ ਅਸਤੀਫਾ ਦਿੰਦਾ, ਤਾਂ ਨਰਿੰਦਰ ਤੋਮਰ ਨੂੰ ਬਿਆਨ ਦੇਣਾ ਪੈ ਗਿਆ ਕਿ ਮੈਂ ਅਸਤੀਫਾ ਨਹੀਂ ਦਿੱਤਾ। ਨਰਿੰਦਰ ਮੋਦੀ ਨੂੰ ਇਹ ਤਾੜਨਾ ਕਰਦੇ ਆ ਕਿ ਭਾਈ ਅੱਜ ਵੀ ਮੰਨ ਜਾਓ ਇਹ ਤਿੰਨੋਂ ਕਾਨੂੰਨ ਜਿਹੜੇ ਆ ਕਾਲੇ ਵਾਪਸ ਕਰੋ, MSP ਦੀ ਲਿਖਤ ਗਰੰਟੀ ਕਾਨੂੰਨ ਬਣਾਓ, ਨਹੀਂ ਤਾਂ ਇਹ ਜਿਹੜਾ ਆ ਯੂਪੀ ਉੱਤਰਾਖੰਡ ਪੂਰੇ ਭਾਰਤ ਤੋਂ BJP ਦਾ ਸੰਪੂਰਨ ਸਮਰਥਨ ਕਰਾਂਗੇ। ਹੁਣ ਇਹਨਾਂ ਨੇ ਸਾਡਾ ਪਿਛਲੇ ਸਾਲ ਵਾਅਦਾ ਕੀਤਾ ਹੀ ਰੇਟ ਕਿੰਨੇ ਦਾ ਵਧਾਵਾਂ, ਉਹ 'ਚ ਮੁੱਕਰ ਗਏ, ਪਰ ਹੁਣ ਅਸੀਂ ਸਮਝਿਆ ਵੀ ਇਹਨਾਂ ਦਾ ਵੀ ਇਲਾਜ ਕਰਨਾ। ਜੇ ਸਰਕਾਰ ਸਾਡੀ ਫੇਰ ਵੀ ਬਾਂਹ ਨਹੀਂ ਫੜਦੀ, ਰੇਟ ਪੂਰਾ ਅਨਾਉਂਸ ਨਹੀਂ ਕਰਦੇ ਸਾਡੀ ਮੰਗ ਮੁਤਾਬਕ, ਫਿਰ ਅਸੀਂ ਜਿਹੜਾ ਰੇਲਵੇ ਟਰੈਕ ਹੈ ਉਹ ਵੀ ਬੰਦ ਕਰ ਦਿਆਂਗੇ ਇਸ ਸਮੇਂ ਲਈ। ਯੂਪੀ ਸਰਕਾਰ ਨੂੰ ਔਰ BJP ਸਰਕਾਰ ਨੂੰ ਹਲੂਣਾ ਦੇਣ ਵਾਸਤੇ ਆ ਕਿ ਹੁਣ ਵੀ ਮੰਨ ਜਾਓ, ਨਹੀਂ ਤਾਂ ਬੰਗਾਲ ਦਾ ਹਾਲ ਤੁਹਾਡਾ ਯੂਪੀ 'ਚ ਵੀ ਕਰਾਂਗੇ, ਉੱਤਰਾਖੰਡ 'ਚ ਵੀ ਕਰਾਂਗੇ। इन खेती कानूनों का विरोध दिल्ली ਦੀਆਂ ਬਰੂਆਂ ਦੇ ਉੱਪਰ ਕਿਸਾਨਾਂ ਦੇ ਵੱਲੋਂ ਬਹਿ ਕੇ ਲਗਾਤਾਰ 8 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਕੀਤਾ ਜਾ ਰਿਹਾ, ਪਰ ਕੇਂਦਰ ਦੀ ਮੋਦੀ ਸਰਕਾਰ ਹਜੇ ਵੀ ਜਿਹੜਾ ਹੈ ਟਸ ਤੋਂ ਮਸ ਨਹੀਂ ਹੋ ਰਹੀ। ਲੰਬਾ ਸਮਾਂ ਬੀਤ ਚੁੱਕਾ ਹੈ। ਹੁਣ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿਸਾਨਾਂ ਦੇ ਵੱਲੋਂ। ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਦੇ ਖਿਲਾਫ ਹੁਣ ਮੋਰਚਾ ਖੋਲ੍ਹਿਆ ਜਾਣਾ ਹੈ। ਇਹਨਾਂ ਤਮਾਮ ਮੁੱਦਿਆਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ जुड़े ने। राय साहब स्वागत है, सत श्री अकाल जी। ਤੁਹਾਡਾ ਜੀ दैनिक सवेरा ਦਾ ਬਹੁਤ ਬਹੁਤ ਧੰਨਵਾਦ ਜੀ। ਰਾਏ ਸਾਹਿਬ ਕਿੱਦਾਂ, ਕਿਉਂਕਿ ਦਿੱਲੀ ਦੀਆਂ ਬਰੂਆਂ ਤੇ ਕਿਸਾਨ ਬੈਠੇ ਨੇ, ਤੁਸੀਂ ਤਾਂ ਜਾ ਕੇ ਆਏ ਹੋ, ਉੱਥੋਂ ਦੀ ਸਥਿਤੀ ਕੀ ਹੈ? ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਹੁਣ ਜਿਹੜਾ ਅੰਦੋਲਨ ਹੈ ਥੋੜਾ ਜਿਹਾ ਕਮਜ਼ੋਰ ਪੈ ਗਿਆ, ਅੰਦੋਲਨ ਦੇ ਵਿੱਚ ਵਿਥਾਂ ਪੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਸਥਿਤੀ ਕੀ ਹੈ ਉੱਥੋਂ ਦੀ? ਨਹੀਂ ਬਿਲਕੁਲ ਅੰਦੋਲਨ ਚੜ੍ਹਦੀ ਕਲਾ 'ਚ ਹੈ। ਇਹ ਜ਼ਰੂਰ ਹੈ ਕਿ ਕੁਝ ਸਾਡੇ ਸਾਥੀ ਜਿਹੜੇ ਆ ਉਹ ਝੋਨੇ ਦੀ ਲੁਆਈ ਲਈ ਪੰਜਾਬ ਭਰਤੇ ਸੀ, ਪਹਿਲਾਂ ਵੀ ਕਣਕ ਦੀ ਵਾਢੀ ਤੇ ਆਏ ਸੀ, ਫਿਰ ਚਲੇ ਗਏ ਸੀ, ਹੁਣ ਵੀ ਵਾਪਸੀ ਜਾਣਗੇ ਸਾਰੇ। ਉੱਥੇ ਰੌਣਕਾਂ ਵੱਧ ਰਹੀਆਂ ਨੇ, ਚੜ੍ਹਦੀ ਕਲਾ 'ਚ ਹੈ। ਔਰ ਸਭ ਨੂੰ ਵਿਲੱਖਣਤਾ ਇਸ ਅੰਦੋਲਨ ਦੀ ਇਹ ਹੈ ਕਿ ਹੁਣ ਬਾਕੀ ਸਟੇਟਾਂ ਤੋਂ ਬਹੁਤ ਜਥੇ ਆਉਣੇ ਸ਼ੁਰੂ ਹੋ ਗਏ, ਦੂਰ ਤੋਂ, ਕਰਨਾਟਕ ਤੋਂ, ਕੇਰਲਾ ਤੋਂ, ਤਾਮਿਲਨਾਡੂ ਤੋਂ, ਕੋਈ 500-500 ਦੇ ਜਥੇ, 1000-1000 ਦੇ ਜਥੇ ਉਹ ਆ ਰਹੇ ਨੇ। ਤੇ ਅੱਗੇ ਨਾ ਰੌਣਕ ਉੱਥੇ ਵਧੀ ਆ, ਘਟੀ ਨਹੀਂ। ਅੰਦੋਲਨ ਚੜ੍ਹਦੀ ਕਲਾ 'ਚ ਹੈ ਬਿਲਕੁਲ। ਮੌਨਸੂਨ ਇਜਲਾਸ ਦੇ ਵਿੱਚ ਕਾਫੀ ਕਿਸਾਨਾਂ ਦੀ ਚਰਚਾ ਹੋਈ। ਦੁਨੀਆ ਨੂੰ ਦੱਸ ਦਿੱਤਾ ਕਿ ਇੱਕ ਇਜਲਾਸ ਜਿਹੜਾ ਹੈ, ਇੱਕ ਤਾਂ ਸੰਸਦ ਦੇ ਵਿੱਚ ਉਹ ਲੋਕ ਕਰ ਰਹੇ ਸਨ ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਚੁਣਿਆ ਗਿਆ, ਪਰ ਇੱਕ ਕਿਸਾਨਾਂ ਦੇ ਵੱਲੋਂ ਸੰਸਦ ਚਲਾਈ ਗਈ। ਉਹਦੀ ਗੂੰਜ ਕਿਤੇ ਨਾ ਕਿਤੇ ਮੋਦੀ ਸਰਕਾਰ ਤੱਕ ਪਈ ਹੈ। ਬਿਲਕੁਲ ਪਈ ਹੈ। ਤੁਸੀਂ ਉਹ ਵੇਖੋ ਕਿ ਉਸ ਅੰਦੋਲਨ ਦਾ ਦਬਾਓ ਔਰ ਉਸ ਜਿਹੜੀ ਸਾਡੀ ਸੰਸਦ ਕਿਸਾਨਾਂ ਦੀ ਲੱਗੀ ਹੈ ਉਹਦਾ ਦਬਾਓ, ਜਿਹੜੀ ਅਸੀਂ ਵਿਪ ਜਾਰੀ ਕੀਤੀ ਸੀ ਉਹਦਾ ਦਬਾਓ। ਵੀ ਤੁਸੀਂ ਇੱਕ ਵੇਖ ਲਓ ਵੀ 15 ਦਿਨ ਸੰਸਦ ਜਿਹੜੀ ਭਾਰਤ ਸਰਕਾਰ ਦੀ ਚੱਲਣੀ ਔਰ ਉਹਦੇ ਵਿੱਚ ਸਿਰਫ ਕੰਮ 21 ਘੰਟੇ ਚੱਲਣਾ, ਔਰ ਜਿਹੜੀ ਸਾਡੀ ਸੰਸਦ ਹੈ ਉਹ ਨਿਰੰਤਰ ਚੱਲਣੀ ਉਹਦੇ ਪੈਰਲਲ। ਔਰ ਸਭ ਤੋਂ ਵੱਡਾ ਦਬਾਓ ਇਸ ਗੱਲ ਦਾ ਕਿ ਜਦੋਂ ਅਸੀਂ ਇੱਕ ਆਪਣਾ ਖੇਤੀਬਾੜੀ ਮੰਤਰੀ ਬਣਾ ਕੇ ਪੇਸ਼ ਕੀਤਾ ਤੇ ਉਹਨੇ ਅਸਤੀਫਾ ਦੇ ਦਿੱਤਾ ਕਿ ਜੇ ਮੈਂ ਆਮ ਲੋਕਾਂ ਲਈ ਚੰਗੇ ਕੰਮ ਨਹੀਂ ਕਰ ਸਕਦਾ, ਮੈਂ ਅਸਤੀਫਾ ਦਿੰਦਾ, ਤਾਂ ਨਰਿੰਦਰ ਤੋਮਰ ਨੂੰ ਬਿਆਨ ਦੇਣਾ ਪੈ ਗਿਆ ਕਿ ਮੈਂ ਅਸਤੀਫਾ ਨਹੀਂ ਦਿੱਤਾ। ਇੱਕ ਇਹ ਵੀ ਬਿਆਨ ਦੇਣਾ ਪੈ ਗਿਆ ਵੀ ਅਸਲੀ ਸੰਸਦ ਸਾਡੀ ਹੈ, ਉਹ ਤਾਂ ਨਕਲੀ ਚੱਲ ਰਹੀ ਹੈ। ਇਹ ਕਿਤੇ ਨਾ ਕਿਤੇ ਸਰਕਾਰ ਤੇ ਦਬਾਓ। ਔਰ ਦੂਜੀ ਗੱਲ ਸਭ ਤੋਂ ਵੱਡੀ ਦਬਾਓ ਦੀ ਤੁਸੀਂ ਇਹ ਵੇਖੋ ਜੀ ਕਿ ਇਸ ਸੰਸਦ ਦੇ ਦਬਾਓ ਦੇ ਨਾਲ ਜਿੰਨੇ ਆਪੋਜੀਸ਼ਨ ਦੇ MP ਆ ਉਹ ਸਾਰੇ ਉੱਥੇ ਆਏ। ਔਰ ਜਿਹੜੇ ਰਾਹੁਲ ਗਾਂਧੀ ਨੂੰ ਮਿਲਣ ਲਈ ਸਮਾਂ ਮੰਗਦੇ ਨੇ ਲੋਕ, ਉਹ ਰਾਹੁਲ ਗਾਂਧੀ ਪਿੱਛੇ ਗੈਲਰੀ 'ਚ ਆ ਕੇ ਬੈਠਿਆ, ਬੈਕ ਸਾਈਡ। ਸਾਡੇ ਜਿਹੜੇ ਸਾਡੇ ਸੰਸਦ ਬੈਠੇ ਸਨ, ਕਿਸਾਨ ਸੰਸਦ ਜਾਂਦੇ ਸਨ ਚੁਣ ਕੇ ਰੋਜ਼ 200, ਔਰ ਉਹ ਜਿਹੜੇ ਸੰਸਦ ਬੈਠੇ ਸਨ ਸਾਡੇ ਕਿਸਾਨ ਸੰਸਦ, ਉਹਨਾਂ ਦੀ ਬੈਕ ਸਾਈਡ ਬਹਿੰਦੇ ਨੇ ਆ ਕੇ ਉਹ। ਔਰ ਇਹ ਵਿਲੱਖਣਤਾ ਸੀ ਇਸ ਅੰਦੋਲਨ ਦਾ ਪ੍ਰਭਾਵ, ਇਹ ਸੰਸਦ ਦਾ ਪ੍ਰਭਾਵ। ਦੁਨੀਆ ਤੇ ਇਤਿਹਾਸ ਰਚਿਆ ਗਿਆ ਕਿ ਇੱਕ ਸੰਸਦ ਜਿਹੜੀ ਚੁਣੀ ਹੋਈ ਔਰ ਉਹਦੇ ਪੈਰਲਲ ਕਿਸਾਨਾਂ ਦੀ ਸੰਸਦ ਚੱਲਣੀ ਵੱਡੀ ਗੱਲ ਹੈ। ਔਰ ਇੱਕ ਇਹ ਵੀ ਸੁਨੇਹਾ ਗਿਆ ਕਿ ਜਿਹੜੇ ਕਿਸਾਨਾਂ ਨੂੰ ਤੁਸੀਂ ਕਹਿੰਦੇ ਹੋ ਅਨਪੜ੍ਹ ਨੇ, ਇਹਨਾਂ ਨੂੰ ਵਰਗ ਲਾਇਆ ਗਿਆ, ਇਹਨਾਂ ਨੂੰ ਪਤਾ ਨਹੀਂ ਕੁਝ ਕਾਨੂੰਨਾਂ ਬਾਰੇ, ਉਹ ਤਾਂ ਤੁਹਾਡੇ ਪੈਰਲਲ ਸੰਸਦ ਚਲਾਉਣੀ ਵੀ ਜਾਣਦੇ ਨੇ, ਇੰਨੇ ਪੜ੍ਹੇ ਲਿਖੇ ਨੇ, ਸਿਆਣੇ ਨੇ। ਸੋ ਇਸ ਕਰਕੇ ਉਹਦਾ ਬਹੁਤ ਵਧੀਆ ਮੈਸੇਜ ਗਿਆ, ਪੂਰੇ ਵਰਲਡ 'ਚ ਮੈਸੇਜ ਗਿਆ। ਕਿਸਾਨਾਂ ਦੇ ਵੱਲੋਂ ਜਿਹੜੀ ਵਿਪ ਜਾਰੀ ਕੀਤੀ ਜਾਂਦੀ ਹੈ ਤੇ ਲਗਾਤਾਰ ਇੱਥੇ ਵੀ ਚਰਚਾ ਹੋਈ ਕਿ ਪਹਿਲਾਂ ਜਿਹੜੀ ਸੰਸਦ ਮੈਂਬਰਾਂ ਦੀ ਜਿਹੜੀ ਸੰਸਦ ਦੇ ਵਿੱਚ ਹਾਜ਼ਰੀ ਸੀ ਉਹ ਬਹੁਤ ਘੱਟ ਰਹਿੰਦੀ ਹੈ, ਇਸ ਵਿਪ ਨੇ ਤਾਂ ਇਹਦੇ ਵਿੱਚ ਹੀ ਇਜ਼ਾਫਾ ਕਰ ਦਿੱਤਾ। ਬਿਲਕੁਲ ਕਮਾਲ ਹੋ ਗਈ ਕਿ ਕੋਈ ਵੀ ਸੰਸਦ ਗੈਰ ਹਾਜ਼ਰ ਨਹੀਂ ਰਿਹਾ ਔਰ ਸਾਰੇ ਸੰਸਦਾਂ ਨੇ ਉੱਥੇ ਬਾਖੂਬੀ ਜਾ ਕੇ ਬਹਿਸ ਕੀਤੀ। ਔਰ ਜਿਹੜਾ ਰੋਲ ਵੈਸੇ ਮੈਂ ਇਹ ਸਮਝਦਾ ਇਹ ਕਿਤੇ ਨਾ ਕਿਤੇ ਕਮੀ ਵੀ ਰਹੀ ਆ ਵੀ ਇਹ ਜਿਹੜੇ MP ਆ ਜੇ ਪਹਿਲਾਂ ਇੰਨਾ ਸ਼ੋਰ ਮਚਾਉਂਦੇ ਤੇ ਅੱਜ ਕਿਸਾਨਾਂ ਨੂੰ 9 ਮਹੀਨਿਆਂ ਤੋਂ ਉੱਥੇ ਜਾ ਕੇ ਸੜਕਾਂ ਤੇ ਨਾ ਬਹਿਣਾ ਪੈਂਦਾ।
ਜੇ ਹੁਣ ਹੀ ਨਹੀਂ ਸੰਸਦ ਚੱਲਣ ਦਿੱਤੀ ਤਾਂ ਉਹਨਾਂ ਨੂੰ ਉਦੋਂ ਬਿਨਾਂ ਚੱਲਣ ਦਿੰਦੇ ਜਦੋਂ ਨਹੀਂ ਕਾਨੂੰਨ ਲਿਆਂਦੇ ਨੇ। ਪਰ ਕੋਈ ਗੱਲ ਨਹੀਂ, ਦੇਰ ਆਏ ਦਰੁਸਤ ਆਏ। ਸਾਡੀ ਵਿਪ ਤੋਂ ਬਾਅਦ ਗਏ ਤੇ ਇਹ ਇਨੀ ਸ਼ੋਰ ਮਚਾਇਆ। ਤੇ ਇਹ ਜਿਹੜੀ ਸਰਕਾਰ ਆਪਣੇ ਆਪ ਨੂੰ ਕਹਿੰਦੀ ਆ ਕਿ ਵੱਡੇ ਬਹੁਮਤ ਹੈ ਅਸੀਂ ਨਰਿੰਦਰ ਮੋਦੀ ਸਰਕਾਰ, ਉਹਨਾਂ ਲਈ ਕਿੰਨੀ ਕੁ ਸ਼ਰਮ ਦੀ ਗੱਲ ਹੈ ਕਿ ਆਪਣੀ ਐਡੀ ਤਕੜੀ ਸਰਕਾਰ, ਆਪਣੇ ਆਪ ਨੂੰ ਦੱਸਣ ਵਾਲੀ ਸਰਕਾਰ ਤੋਂ ਸੰਸਦ ਨਹੀਂ ਚਲਾ ਹੋਈ। 21 ਘੰਟੇ 15 ਦਿਨਾਂ ਸੰਸਦ ਚੱਲੀ ਸਾਰੀ। ਤਾਂ ਇਹ ਕਹਿ ਦਿਓ ਕਿ ਇਸ ਵਿਪ ਦਾ, ਇਸ ਅੰਦੋਲਨ ਦਾ ਪ੍ਰਭਾਵ ਹੇਠ ਹੀ ਸੀ ਕਿ ਸਾਰੇ ਐਮਪੀ ਜਿਹੜੇ ਸੀ ਆਪੋਜੀਸ਼ਨ ਦੇ, ਉਹਨੇ ਜਾ ਕੇ ਉੱਥੇ ਸ਼ੋਰ ਮਚਾਇਆ ਔਰ ਉਹਨਾਂ ਦੀ ਸੰਸਦ ਨਹੀਂ ਚੱਲਣ ਦਿੱਤੀ। ਆਪਾਂ ਇੱਥੇ ਵੀ ਚਰਚਾ ਕਰਨੀ ਹੈ ਕਿ ਅਗਲੀ ਅੰਦੋਲਨ ਦੀ ਰਣਨੀਤੀ ਕੀ ਹੈ, ਚੜੂਨੀ ਸਾਹਿਬ ਕਿੱਥੇ ਖੜਦੇ ਨੇ। ਪਰ ਉਸ ਤੋਂ ਪਹਿਲਾਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਤੁਹਾਡੇ ਵੱਲੋਂ ਕਿਹਾ ਗਿਆ ਕਿ ਹੁਣ ਜਿਹੜਾ ਇੱਕ ਅੰਦੋਲਨ ਹੈ ਪੰਜਾਬ ਸਰਕਾਰ ਦੇ ਖਿਲਾਫ ਵਿੱਢਣਾ ਹੈ, ਇਹਦਾ ਕੀ ਕਾਰਨ ਹੈ, ਕੀ ਇਹਦੇ ਪਿੱਛੇ ਕਾਰਨ ਨੇ ਔਰ ਕਿਹੜੀ ਜਗ੍ਹਾ ਅੰਦੋਲਨ ਚੱਲ ਲੱਗੇਗਾ? ਦਰਅਸਲ ਇਹ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਜਲੰਧਰ ਪ੍ਰੈਸ ਕਲੱਬ ਵਿਖੇ ਕੀਤੀ ਗਈ ਆ, ਇਹਦਾ ਮੁੱਖ ਏਜੰਡਾ ਹੈ ਕਿ ਪੰਜਾਬ ਸਰਕਾਰ ਬੜੀ ਘੇਸਲ ਵੱਟ ਕੇ ਬੈਠੀ ਆ ਪਿਛਲੇ 4-5 ਸਾਲ ਤੋਂ। ਗੰਨੇ ਦੇ ਰੇਟ 'ਚ ਵਾਧਾ ਨਹੀਂ ਕੀਤਾ, ਸਾਡੇ ਵਾਰ-ਵਾਰ ਮੰਗ ਪੱਤਰ ਵੀ ਅਸੀਂ ਦਿੱਤੇ, ਫਿਰ ਰੇਟ 'ਚ ਵਾਧਾ ਨਹੀਂ ਕੀਤਾ। ਪਿਛਲੇ ਸਾਲ ਜਦੋਂ ਅਸੀਂ ਦਿੱਲੀ ਨੂੰ ਜਾਣਾ ਸੀ, ਉਸ ਤੋਂ ਪਹਿਲਾਂ ਤਿੰਨੋਂ ਕਾਲੇ ਕਾਨੂੰਨਾਂ ਨੂੰ ਲੈ ਕੇ ਸੀਐਮ ਹਾਊਸ ਮੀਟਿੰਗ ਸੀ। ਉਹਦੇ ਵਿੱਚ ਅਸੀਂ ਵਿਸ਼ੇਸ਼ ਤੌਰ ਤੇ ਟਾਈਮ ਲੈ ਕੇ ਸੀਐਮ ਸਾਹਿਬ ਦੇ ਕੋਲੋਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਕਿ ਸਾਡੇ ਗੰਨੇ ਦੇ ਰੇਟ 'ਚ ਵਾਧਾ ਕੀਤਾ ਜਾਵੇ, ਸਾਡਾ ਪਿਛਲਾ ਬਕਾਇਆ ਦਿੱਤਾ ਜਾਵੇ। ਪਰ ਸਾਨੂੰ ਉਦੋਂ ਵਾਅਦਾ ਕੀਤਾ ਉਹਨਾਂ ਨੇ, ਸੀਐਮ ਸਾਹਿਬ ਨੇ ਓਪਨਲੀ ਸਪੀਕਰ ਦੇ ਵਿੱਚ ਮਾਈਕ 'ਚ ਬੋਲਿਆ ਕਿ ਇੱਕ ਹਫ਼ਤੇ ਦੇ ਵਿੱਚ ਤੁਹਾਡਾ ਅਸੀਂ ਰੇਟ ਅਨਾਉਂਸ ਕਰ ਦਿਆਂਗੇ। ਉਹ ਸੀਜ਼ਨ ਦਾ, ਕਰੰਟ ਸੀਜ਼ਨ ਜਿਹੜਾ 2020 ਚੱਲਦਾ ਸੀ। ਪਰ ਕਿਤੇ ਨਾ ਕਿਤੇ ਸਰਕਾਰ ਨੇ ਸਮਝਿਆ ਵੀ ਹੁਣੇ ਦਿੱਲੀ ਜਾ ਵੜੇ, ਉਹਨੀ ਕੇਸਲ ਵੱਟ ਲਈ। ਉਹ ਆਪਣਾ ਵਾਅਦਾ ਕਰਕੇ ਮੁੱਕਰਨ 'ਚ ਮਹਾਨ ਨੇ ਕੈਪਟਨ ਸਾਹਿਬ ਵੀ, ਕਿਉਂਕਿ ਪਹਿਲਾਂ ਗੁਟਕਾ ਸਾਹਿਬ ਫੜ ਕੇ ਕਿਹਾ ਸੀ ਪੂਰਨ ਕਰਜ਼ਾ ਮਾਫ ਕਰਾਂਗੇ, ਉਹਦੇ ਵਿੱਚ ਮੁੱਕਰ ਗਏ। ਰੋਜ਼ਗਾਰ ਦੇਵਾਂਗੇ ਨੌਜਵਾਨਾਂ ਨੂੰ, ਉਹ 'ਚ ਮੁੱਕਰ ਗਏ। ਹੁਣ ਇਹਨਾਂ ਨੇ ਸਾਡਾ ਪਿਛਲੇ ਸਾਲ ਵਾਅਦਾ ਕੀਤਾ ਸੀ ਰੇਟ ਗੰਨੇ ਦਾ ਵਧਾਵਾਂਗੇ, ਉਹ 'ਚ ਮੁੱਕਰ ਗਏ। ਪਰ ਹੁਣ ਅਸੀਂ ਸਮਝਿਆ ਵੀ ਇਹਨਾਂ ਦਾ ਵੀ ਇਲਾਜ ਕਰਨਾ ਪਊ, ਇਹਨਾਂ ਨੂੰ ਵੀ ਇਹ ਬਿਮਾਰੀ ਲੱਗ ਗਈ ਕੇਂਦਰ ਵਾਲੀ, ਇਹਨਾਂ ਨੂੰ ਵੀ ਧਰਨਿਆਂ ਨਾਲ ਹੀ ਪਤਾ ਲੱਗੂ। ਸੋ ਹੁਣ ਉਹਦੇ ਵਾਸਤੇ ਅਸੀਂ 20 ਅਗਸਤ ਨੂੰ, ਜੇ ਸਾਡੇ ਗੰਨੇ ਦਾ ਰੇਟ 400 ਰੁਪਇਆ ਨਹੀਂ ਕੀਤਾ ਤਾਂ 20 ਅਗਸਤ ਨੂੰ ਧੰਨੋਂ ਵਾਲੀ ਗੇਟ ਦੇ ਲਾਗੇ ਜਿਹੜਾ ਨੈਸ਼ਨਲ ਹਾਈਵੇ ਆ ਜਲੰਧਰ, ਉਹ ਅਸੀਂ ਧੰਨੋਂ ਵਾਲੀ ਜਿਹੜਾ ਗੇਟ ਹੈ, ਫਾਟਕ ਜਿਹਨੂੰ ਕਹਿੰਦੇ ਆਪਾਂ, ਧੰਨੋਂ ਵਾਲੀ ਜਦੋਂ ਪੀਏਪੀ ਚੌਂਕ ਤੋਂ ਲੁਧਿਆਣਾ ਸਾਈਡ ਨੂੰ ਜਾਂਦੇ ਆ ਤੇ ਉੱਥੇ ਧੰਨੋਂ ਵਾਲੀ ਫਾਟਕ ਉਹਨੂੰ ਕਹਿੰਦੇ ਆ, ਉਹਦੇ ਸਾਹਮਣੇ ਨੈਸ਼ਨਲ ਹਾਈਵੇ ਬੰਦ ਕਰਾਂਗੇ। ਜੇ ਸਰਕਾਰ ਸਾਡੀ ਫੇਰ ਵੀ ਬਾਂਹ ਨਹੀਂ ਫੜਦੀ, ਰੇਟ ਪੂਰਾ ਅਨਾਉਂਸ ਨਹੀਂ ਕਰਦੇ ਸਾਡੀ ਮੰਗ ਮੁਤਾਬਕ, ਫਿਰ ਅਸੀਂ ਜਿਹੜਾ ਰੇਲਵੇ ਟਰੈਕ ਹੈ ਉਹ ਵੀ ਬੰਦ ਕਰ ਦਿਆਂਗੇ ਅਣਮਿੱਥੇ ਸਮੇਂ ਲਈ। ਅਣਮਿੱਥੇ ਸਮੇਂ ਲਈ ਹੁਣ ਇੱਥੇ ਵੀ ਪੰਜਾਬ ਸਰਕਾਰ ਦੇ ਖਿਲਾਫ ਵੀ ਇਹ ਜਿਹੜਾ ਪ੍ਰੋਟੈਸਟ ਆ, ਧਰਨਾ, ਇਹ ਜਾਰੀ ਰਹੇਗਾ ਉਹਨਾਂ ਚਿਰ ਜਿੰਨਾ ਚਿਰ ਸਾਡੀ ਮੰਗ ਨਹੀਂ ਮੰਨਦੇ। ਇਹ ਅਣਮਿੱਥੇ ਸਮੇਂ ਦੇ ਲਈ ਰਹੇਗਾ ਕਿਉਂਕਿ ਰੋਡ ਜਿਹੜੀ ਹੈ ਕਿ ਕਾਫੀ ਆਵਾਜਾਈ ਭਰਪੂਰ ਏਰੀਆ ਹੈ, ਕਿਤੇ ਨਾ ਕਿਤੇ ਜਿਹੜੇ ਲੋਕਾਂ ਨੂੰ ਵੀ ਇਹਦੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਣਮਿੱਥੇ ਸਮੇਂ ਦੇ ਲਈ ਇਹ ਧਰਨਾ ਰਹੇਗਾ ਤੁਹਾਡਾ? ਬਿਲਕੁਲ ਬਿਲਕੁਲ। ਅਸੀਂ ਇਹ ਸਾਰੇ ਆਪਣੇ ਜਿੰਨੇ ਸਾਡੇ ਲੋਕ ਨੇ, ਪੰਜਾਬ ਦੇ ਨਾਗਰਿਕ ਨੇ ਜਾਂ ਬਾਹਰੋਂ ਆਉਣ ਵਾਲੇ ਸੱਜਣ ਨੇ, ਅਸੀਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਵੀ ਕਰਾਂਗੇ, ਉਹਨਾਂ ਕੋਲੋਂ ਮਾਫੀ ਵੀ ਚਾਹਾਂਗੇ। ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਪਰ ਇਹ ਸਰਕਾਰ ਜੇ ਸਾਡੀ ਗੱਲ ਨਹੀਂ ਸੁਣਦੀ, ਸਾਡੇ ਕੋਲ ਕੋਈ ਰਸਤਾ ਨਹੀਂ ਰਹਿੰਦਾ, ਮਜਬੂਰਨ ਅਸੀਂ ਜਿਹੜਾ ਇਹ ਸੜਕ ਦੇ ਉੱਪਰ ਧਰਨਾ ਦੇਣ ਨੂੰ ਮਜਬੂਰ ਹੋਵਾਂਗੇ। ਅਸੀਂ ਹੁਣ ਬੇਨਤੀ ਕਰਾਂਗੇ ਹੱਥ ਬੰਨ੍ਹ ਕੇ ਰਾਹਗੀਰਾਂ ਨੂੰ, ਜਾਣ ਵਾਲੇ ਵੀਰਾਂ ਨੂੰ, ਕਿ ਤੁਸੀਂ 20 ਅਗਸਤ ਨੂੰ ਆਪਣਾ ਜਿਹੜਾ ਰੂਟ ਆ ਉਹ ਚੇਂਜ ਕਰਕੇ ਜਾਓ, ਔਰ ਉਹ ਜਿਹੜਾ ਰੂਟ ਚੇਂਜ ਕਰਕੇ ਜਾਓਗੇ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ। ਸੋ ਇਸ ਕਰਕੇ 20 ਅਗਸਤ ਤੋਂ ਇਹ ਨਿਰੰਤਰ ਧਰਨਾ ਹਾਈਵੇ ਤੇ ਚੱਲੇਗਾ। ਹਾਈਵੇ ਜਿਹੜਾ ਬਿਲਕੁਲ ਬੰਦ ਰਹੇਗਾ, ਇਹ ਬਿਲਕੁਲ ਨਹੀਂ ਚੱਲਣ ਦਿੱਤਾ ਜਾਏਗਾ। ਅਗਰ ਸਰਕਾਰ ਫੇਰ ਵੀ ਮੰਗ ਨਹੀਂ ਮੰਨਦੀ ਤਾਂ ਰੇਲਵੇ ਟਰੈਕ ਵੀ ਬੰਦ ਰਹੇਗਾ। ਸੋ ਸਾਰੇ ਆਉਣ ਵਾਲੇ ਯਾਤਰੀਆਂ ਨੂੰ ਅਸੀਂ ਕਹਿੰਦੇ ਆ, ਇਹ 20 ਤੋਂ ਬਾਅਦਾਂ ਜਿਹੜੀ ਆਪਣੀ ਯਾਤਰਾ ਕਰਨੀ ਆ ਉਹਨੂੰ ਬਿਲਕੁਲ ਧਿਆਨ 'ਚ ਰੱਖਦੇ ਹੋਏ ਕਿ ਜਿਹੜਾ ਨੈਸ਼ਨਲ ਹਾਈਵੇ ਧੰਨੋਂ ਵਾਲੀ ਗੇਟ ਦੇ ਕੋਲ ਔਰ ਰੇਲਵੇ ਟਰੈਕ, ਇਹ ਅਣਮਿੱਥੇ ਸਮੇਂ ਲਈ ਬੰਦ ਕੀਤੇ ਜਾ ਰਹੇ ਨੇ। ਜਿੰਨਾ ਚਿਰ ਸਰਕਾਰ ਸਾਡੀ ਮੰਗ ਨਹੀਂ ਮੰਨ ਲੈਂਦੀ ਉਹਨਾਂ ਚਿਰ ਇਹ ਬੰਦ ਰਹਿਣਗੇ। ਆਪਣੀ ਜਿਹੜੀ ਯਾਤਰਾ ਆ ਉਹ ਕਿਸੇ ਹੋਰ ਰੂਟ ਥਾਣੀ ਕਰ ਲਓ, ਜਾਂ ਉਹ ਇਹਨੂੰ ਧਿਆਨ 'ਚ ਰੱਖਦੇ ਹੋਏ ਯਾਤਰਾ ਦਾ ਉਹ ਟਾਈਮ ਨਾ ਰੱਖੋ। 20 ਅਗਸਤ ਤੋਂ ਸਾਡਾ ਨਿਰੰਤਰ ਧਰਨਾ ਚੱਲੇਗਾ। ਇਹ ਜਿਹੜਾ ਧਰਨਾ ਐਲਾਨ ਕੀਤਾ ਗਿਆ, ਧਰਨੇ ਦਾ ਅੰਦੋਲਨ ਦੁਬਾਰਾ ਤੋਂ ਪੰਜਾਬ ਦੇ ਵਿੱਚ ਵੀ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਆ, ਜਿਹੜੀਆਂ ਪੰਜਾਬ ਦੀਆਂ ਜਾਂ ਜਿਹੜੀਆਂ 30 ਜਾਂ 31 ਜਿਹੜੀਆਂ ਜਥੇਬੰਦੀਆਂ ਉਹਦੇ ਵੱਲੋਂ ਕੀਤਾ ਗਿਆ ਐਲਾਨ? ਇਹ ਪੰਜਾਬ ਦੀਆਂ 32, ਕਿਉਂਕਿ ਪੰਜਾਬ ਦਾ ਮਸਲਾ ਹੈ। ਹਰਿਆਣਾ ਸਰਕਾਰ ਨੇ ਆਲਰੇਡੀ ਪਿਛਲੇ ਸਾਲ ਵੀ ਉਹਨੇ ਵੱਧ ਰੇਟ ਦਿੱਤਾ ਪੰਜਾਬ ਨਾਲੋਂ, 350 ਰੁਪਏ ਰੇਟ ਦਿੱਤਾ। ਇਸ ਵਾਰ ਵੀ 8 ਰੁਪਏ ਕੁਇੰਟਲ 'ਚ ਉਹਨੇ ਵਾਧਾ ਕਰਕੇ ਦਿੱਤਾ। ਸੋ ਇਹ ਪੰਜਾਬ ਦੇ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਹੈ, ਤੇ ਪੰਜਾਬ ਦੀਆਂ 32 ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਸਲਾਹ ਕਰਕੇ ਦਿੱਤਾ ਹੈ। ਪੰਜਾਬ ਦੀਆਂ 32 ਜਥੇਬੰਦੀਆਂ ਦੀ ਡਿਸਕਸ ਕਰਕੇ ਫਿਰ ਇਹ ਧਰਨਾ ਅਨਾਉਂਸ ਕੀਤਾ। ਇਹ 'ਚ ਪੰਜਾਬ ਦੀਆਂ 32 ਜਥੇਬੰਦੀਆਂ ਸ਼ਮੂਲੀਅਤ ਕਰਨਗੀਆਂ ਔਰ ਇਹ ਵੱਡਾ ਧਰਨਾ ਹੋਏਗਾ। ਪੰਜਾਬ ਸਰਕਾਰ ਜਿਹੜੀ ਸੁੱਤੀ ਪਈ ਉਹਨੂੰ ਜਗਾਉਣ ਲਈ ਇਹ ਨਿਰੰਤਰ ਧਰਨਾ ਚੱਲੇਗਾ ਔਰ ਪੰਜਾਬ ਦੀਆਂ 32 ਜਥੇਬੰਦੀਆਂ ਨੂੰ ਚੱਲੇਗਾ। ਇਹ ਤਾਂ ਹੋ ਗਈ ਪੰਜਾਬ ਦੀ ਗੱਲ। ਹੁਣ ਜਦੋਂ ਦਿੱਲੀ ਦੀ ਗੱਲ ਕਰਦੇ ਹਾਂ ਤਾਂ ਦਿੱਲੀ ਦੀਆਂ ਬਰੂਹਾਂ ਤੇ ਲਗਾਤਾਰ 8 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ।
ਤੁਸੀਂ ਡਟੇ ਹੋਏ ਹੋ ਉੱਥੇ 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ, ਅੰਦੋਲਨ ਦੀ ਰੂਪਰੇਖਾ ਅਗਲੀ ਕੀ ਹੋਵੇਗੀ? ਕਿਉਂਕਿ ਲੋਕ ਉਡੀਕ ਰਹੇ ਨੇ ਸੰਯੁਕਤ ਕਿਸਾਨ ਦੇ ਮੋਰਚੇ ਦੇ ਵੱਲੋਂ ਕੋਈ ਪਲਾਨ ਦਿੱਤਾ ਜਾਵੇ ਜਿਹਦੇ ਨਾਲ ਹੋਰ ਦਬਾਅ ਜਿਹੜਾ ਕੇਂਦਰ ਦੀ ਮੋਦੀ ਸਰਕਾਰ ਤੇ ਪਾਇਆ ਜਾਵੇ। ਅਗਲਾ ਪਲਾਨ ਕੀ ਹੈ ਸੰਯੁਕਤ ਕਿਸਾਨ ਮੋਰਚੇ ਦਾ? ਅਗਲਾ ਪਲਾਨ ਸਾਡਾ 5 ਸਤੰਬਰ ਦੀ ਸਾਡੀ ਜਿਹੜੀ ਮੁਜ਼ੱਫਰਨਗਰ ਯੂਪੀ ਦੇ ਵਿੱਚ ਅਸੀਂ ਉੱਥੇ ਵੱਡੀ ਰੈਲੀ ਕਰਨ ਜਾ ਰਹੇ ਹਾਂ। ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੀ ਮਹਾ ਰੈਲੀ ਹੋਏਗੀ। ਉਹ ਉਸ ਯੂਪੀ ਸਰਕਾਰ ਨੂੰ ਔਰ ਬੀਜੇਪੀ ਸਰਕਾਰ ਨੂੰ ਹਲੂਣਾ ਦੇਣ ਵਾਸਤੇ ਆ ਕਿ ਹੁਣ ਵੀ ਮੰਨ ਜਾਓ, ਨਹੀਂ ਤਾਂ ਬੰਗਾਲ ਆ ਹਾਲ ਤੁਹਾਡਾ ਯੂਪੀ 'ਚ ਵੀ ਕਰਾਂਗੇ, ਉੱਤਰਾਖੰਡ 'ਚ ਵੀ ਕਰਾਂਗੇ। ਸੋ ਉਹ ਸਾਡੀ ਪਹਿਲੀ ਰੈਲੀ ਹੈ। ਉਸ ਤੋਂ ਬਾਅਦ ਸਾਡੀ ਅਗਲੀ ਰੂਪਰੇਖਾ ਪੂਰੀ ਯੂਪੀ ਦੀ ਤਿਆਰ ਹੋਏਗੀ। ਸਾਰੇ ਆਗੂਆਂ ਦੀ ਡਿਊਟੀ ਲੱਗੇਗੀ, ਪੂਰਾ ਯੂਪੀ ਘੁੰਮ ਦਿਆਂਗੇ, ਹਰ ਹਲਕਾ ਘੁੰਮ ਦਿਆਂਗੇ ਔਰ ਇਸ ਜਿਹੜੀ ਸਰਕਾਰ ਬੀਜੇਪੀ ਦੀ ਹੈ ਇਹਨੂੰ ਉੱਥੋਂ ਯੂਪੀ 'ਚੋਂ ਚਲਤਾ ਕਰਾਂਗੇ। ਕਿਉਂਕਿ ਯੂਪੀ ਦੀ ਜਿਹੜੀ ਸਰਕਾਰ ਹੈ, ਖਾਸ ਕਰ ਯੂਪੀ ਸਟੇਟ ਤੈਅ ਕਰਦੀ ਹੈ ਕੇਂਦਰ 'ਚ ਕਿਹਦੀ ਸਰਕਾਰ ਬਣਨੀ, ਕਿਉਂਕਿ ਉੱਥੇ MP ਦੀਆਂ 80 ਸੀਟਾਂ ਨੇ, ਵੱਡਾ ਰੋਲ ਅਦਾ ਕਰਦੇ ਨੇ। ਯੂਪੀ ਤੈਅ ਕਰਦੀ ਆ ਵੀ ਕਿਹਨੇ ਸੈਂਟਰ ਦੇ ਵਿੱਚ ਬਹਿਣਾ। ਜਦੋਂ ਯੂਪੀ ਇਹਨਾਂ ਤੋਂ ਬੀਜੇਪੀ ਤੋਂ ਖੋਲਾਂਗੇ, ਫਿਰ ਸੈਂਟਰ 'ਚੋਂ ਵੀ ਇਹਨਾਂ ਨੂੰ ਖੋਲਾਂਗੇ, ਇਹਨਾਂ ਦੀ ਰਾਜਨੀਤਿਕ ਜ਼ਮੀਨ ਖੋਲਾਂਗੇ। ਸੋ ਇਸ ਕਰਕੇ ਨਰਿੰਦਰ ਮੋਦੀ ਨੂੰ ਇਹ ਤਾੜਨਾ ਕਰਦੇ ਆ ਕਿ ਭਾਈ ਅੱਜ ਵੀ ਮੰਨ ਜਾਓ, ਇਹ ਤਿੰਨੋਂ ਕਾਨੂੰਨ ਜਿਹੜੇ ਆ ਕਾਲੇ ਵਾਪਸ ਕਰੋ, MSP ਦੀ ਲਿਖਤ ਗਰੰਟੀ ਕਾਨੂੰਨ ਬਣਾਓ, ਨਹੀਂ ਤਾਂ ਇਹ ਜਿਹੜਾ ਆ ਯੂਪੀ ਉੱਤਰਾਖੰਡ ਪੂਰੇ ਭਾਰਤ 'ਚੋਂ ਬੀਜੇਪੀ ਦਾ ਪੂਰਨ ਸਫਾਇਆ ਕਰਾਂਗੇ। ਸਾਡਾ ਨਾਰਾ BJP ਭਜਾਓ ਤੇ ਦੇਸ਼ ਬਚਾਓ। ਹੁਣ ਜਦੋਂ ਅੰਦੋਲਨ ਦੀ ਗੱਲ ਕਰਦੇ ਹਾਂ ਤਾਂ ਕਾਫੀ ਚਰਚਾ ਇਹ ਵੀ ਛਿੜੀ ਹੋਈ ਹੈ, ਲੋਕ ਕਈ ਟਿੱਪਣੀਆਂ ਵੀ ਕਰਦੇ ਨੇ, ਲੋਕ ਇਹ ਵੀ ਬਿਆਨਬਾਜ਼ੀ ਕਰ ਰਹੇ ਨੇ ਕਿ ਹੁਣ ਜਿਹੜੇ ਮੋਰਚੇ ਦੇ ਜਿਹੜੇ ਆਗੂ ਨੇ ਉਹ ਆਪਸ ਦੇ ਵਿੱਚ ਪਾਟਣੇ ਸ਼ੁਰੂ ਹੋ ਗਏ, ਕਿਉਂਕਿ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਇਲੈਕਸ਼ਨ ਲੜਨ ਦਾ ਜਿਹੜਾ ਐਲਾਨ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਇੱਕ ਮੀਟਿੰਗ ਵੀ ਜਿਹੜੇ ਵਪਾਰੀ ਵਰਗ ਦੇ ਨਾਲ ਹੁੰਦੀ ਹੈ, ਇੱਥੋਂ ਤੱਕ ਕਿ ਮੁੱਖ ਮੰਤਰੀ ਉਹਨਾਂ ਨੂੰ ਐਲਾਨ ਦਿੱਤਾ ਜਾਂਦਾ ਹੈ। ਇਹ ਸਾਰੇ ਪ੍ਰਕਿਰਿਆ ਦੇ ਵਿੱਚ ਹੁਣ ਗੁਰਨਾਮ ਸਿੰਘ ਚੜੂਨੀ ਕੀ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਬਣੇ ਨੇ, ਹਿੱਸਾ ਹੈਗੇ ਨੇ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਹਿੱਸਾ ਰਹਿਣਗੇ? ਇਹ ਜ਼ਿਆਦਾ ਕਲੀਅਰ ਕਰ ਦਿਓ। ਨਹੀਂ, ਉਹਨਾਂ ਦੇ ਨਾਲ ਚੜੂਨੀ ਸਾਹਿਬ ਨਾਲ ਬੈਠ ਕੇ, ਸਰਦਾਰ ਗੁਰਨਾਮ ਸਿੰਘ ਚੜੂਨੀ ਉਹਨਾਂ ਨਾਲ ਬੈਠ ਕੇ ਸਾਡੀ ਸੰਯੁਕਤ ਮੋਰਚੇ ਦੀ ਇੱਕ ਟੀਮ ਬਣਾਈ ਗਈ ਸੀ। ਉਹਨਾਂ ਨੇ ਪੂਰੀ ਡਿਸਕਸ ਕਰ ਲਈ ਔਰ ਉਹਨਾਂ ਨੇ ਆਪਣਾ ਜਿਹੜਾ ਫੈਸਲਾ ਆ ਮੇਰੇ ਖਿਆਲ 'ਚ ਉਹਨੇ ਸੁਣਾ ਦਿੱਤਾ, ਬਦਲ ਲਿਆ। ਉਹਨਾਂ ਨੇ ਕਿਹਾ ਕਿ ਮੈਂ ਕਦੇ ਨਹੀਂ ਕਿਹਾ ਕਿ ਮੈਂ ਇਲੈਕਸ਼ਨ ਲੜਾਂਗਾ ਔਰ ਇਹ ਕਦੇ ਨਹੀਂ ਕਿਹਾ ਕਿ ਮੈਂ CM ਦਾ ਕੈਂਡੀਡੇਟ ਬਣਾਂਗਾ। ਉਹ ਕਹਿੰਦੇ ਵੀ ਮੈਂ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਹਾਂ ਔਰ ਸਾਡੀ ਆ 13 ਦੀ ਮੀਟਿੰਗ ਹੋ ਕੇ ਹਟੀ ਆ, ਉਹਦੇ ਵਿੱਚ ਆਏ ਸਨ, ਸਾਡੇ ਨਾਲ ਨੇ। ਕੋਈ ਇਦਾਂ ਦੀ ਗੱਲ ਨਹੀਂ ਦਰਾੜ ਵਾਲੀ, ਸਾਰੇ ਇਕੱਠੇ ਆ। ਇਹ ਜ਼ਰੂਰ ਹੁੰਦਾ ਕਈ ਵਾਰੀ ਕੋਈ ਕਿਸੇ ਦਾ ਵੱਖਰਾ ਬਿਆਨ ਆ ਜਾਏ, ਫਿਰ ਉਹ 'ਤੇ ਅਸੀਂ ਇੱਕ ਆਪਣੀ ਟੀਮ ਬਣਾਉਂਦੇ ਆ, ਬਕਾਇਦਾ ਉਹਨਾਂ ਨੂੰ ਬੈਠ ਕੇ ਭਰੋਸੇ 'ਚ ਲੈਂਦੇ ਆ, ਕਲਾ ਵਿੱਚ ਲੈਂਦੇ ਆ ਸਾਰੇ। ਸੋ ਚੜੂਨੀ ਸਾਹਿਬ ਵੱਡੇ ਆਗੂ ਨੇ ਸੰਯੁਕਤ ਮੋਰਚੇ ਦੇ। ਸੋ ਉਹਨਾਂ ਨੇ ਹੁਣ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਨੇ ਇਹ ਗੱਲ ਓਪਨਲੀ ਮੀਡੀਆ ਦੇ ਵਿੱਚ ਕਹਿਤੀ ਹੈ ਕਿ ਮੇਰਾ ਕਦੇ ਵਿਚਾਰ ਨਹੀਂ ਇਲੈਕਸ਼ਨ ਲੜਨ ਦਾ ਔਰ ਮੇਰਾ ਕਦੇ ਨਹੀਂ CM ਬਣਨ ਦਾ। ਭਾਈ ਇਹ ਮੇਰੀ ਇੱਕ ਵਿਚਾਰ ਸੀ ਵੀ ਪੰਜਾਬ ਦੀ ਸੱਤਾ ਨੂੰ ਬਦਲੋ, ਪਰ ਨਹੀਂ ਤੇ ਕੋਈ ਗੱਲ ਨਹੀਂ, ਪਰ ਪਹਿਲਾਂ ਤਿੰਨੋਂ ਖੇਤੀ ਕਾਨੂੰਨਾਂ ਦੀ ਲੜਾਈ ਲੜਾਂਗੇ। ਸੋ ਉਹਨਾਂ ਦਾ ਜਦੋਂ ਇਹ ਬਿਆਨ ਆ ਜਾਂਦਾ ਹੈ ਤਾਂ ਫਿਰ ਮੇਰੇ ਖਿਆਲ ਦੇ ਵਿੱਚ ਸਾਰਾ ਰੌਲਾ ਮੁੱਕ ਜਾਂਦਾ। ਸੋ ਉਹਨਾਂ ਦਾ ਆਪਣਾ ਬਿਆਨ ਹੀ ਆ ਚੁੱਕਾ ਕਿ ਮੈਂ ਬਿਲਕੁਲ ਸੰਯੁਕਤ ਮੋਰਚੇ ਦੇ ਨਾਲ ਹਾਂ ਔਰ ਮੈਂ ਕਦੇ ਇਲੈਕਸ਼ਨ ਲੜਨ ਨਹੀਂ ਕਿਹਾ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਜੀ, ਤੁਹਾਡਾ ਦੈਨਿਕ ਸਵੇਰਾ ਦਾ ਬਹੁਤ ਬਹੁਤ ਧੰਨਵਾਦ। ਲਗਾਤਾਰ ਅਸੀਂ BKU ਦੇ ਪ੍ਰਧਾਨ ਸਨ ਮਨਜੀਤ ਸਿੰਘ ਰਾਏ, ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਅਹਿਮ ਵਿਚਾਰਾਂ ਅਸੀਂ ਸਾਂਝੀਆਂ ਕੀਤੀਆਂ। ਔਰ ਵੱਡੀ ਗੱਲ ਇਹ ਹੈ ਕਿ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਇਹਨਾਂ ਦੇ ਵੱਲੋਂ 8 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ, ਮੋਰਚਾ ਲਗਾਇਆ ਗਿਆ 3 ਖੇਤੀ ਕਾਨੂੰਨਾਂ ਦੇ ਖਿਲਾਫ, ਬਿਲਕੁਲ ਉਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਖਿਲਾਫ ਗੰਨੇ ਦੀ ਕਾਸ਼ਤ ਨੂੰ ਲੈ ਕੇ ਜਿਹੜਾ ਮੋਰਚਾ ਲੱਗਣ ਜਾ ਰਿਹਾ ਹੈ। ਔਰ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜਾ ਰੂਟ ਪਲਾਨ ਇਹਨਾਂ ਦੇ ਵੱਲੋਂ ਦਿੱਤਾ ਗਿਆ ਹੈ, ਜਿਹੜਾ ਜਿੱਥੇ ਇਹਨਾਂ ਦੇ ਵੱਲੋਂ ਹਾਈਵੇ ਜਾਮ ਕੀਤਾ ਜਾਣਾ ਹੈ, ਉਸ ਲੋਕ ਜਿਹੜਾ ਹੈ ਪਹਿਲਾਂ ਤੋਂ ਹੀ ਆਪਣਾ ਰੂਟ ਪਲਾਨ ਤੈਅ ਕਰ ਲੈਣ ਤਾਂ ਜੋ ਉਹਨਾਂ ਨੂੰ ਕੋਈ ਵੀ ਜਿਹੜੀ ਮੁਸੀਬਤ ਹੈ ਉਹ ਨਾ ਆ ਸਕੇ। ਔਰ ਪੰਜਾਬ ਸਰਕਾਰ ਇਹਦੇ ਉੱਪਰ ਕੀ ਐਕਸ਼ਨ ਲੈਂਦੀ ਹੈ, ਕੀ ਜੋ ਇਹਨਾਂ ਦੇ ਵੱਲੋਂ ਗੰਨੇ ਦੀ ਕਾਸ਼ਤ ਦੇ ਉੱਪਰ ਮੰਗ ਰੱਖੀ ਗਈ ਹੈ, ਕੀ ਉਹ ਰੇਟ ਤੈਅ ਕਰਦੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋਵੇਗਾ। ਵੀਡੀਓ ਜਰਨਲਿਸਟ ਜਤਿਨ ਦੇ ਨਾਲ ਅਮਨ ਚੰਦ, ਦੈਨਿਕ ਸਵੇਰਾ TV, ਜਲੰਧਰ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश ਅਤੇ मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण ਅਤੇ मुठ करनी, लव मैरिज, सौतन ਅਤੇ दुश्मन तो छुटकारा, पक्का काम पक्का हल, 101% दी गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ ਜਾਂ तोड़वाओ, रुस्से ਨੂੰ मनाउणा। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।